कानून व्यवस्था पूरी तरह चरमराई है। कोई दिन ऐसा नहीं जा रहा जिस दिन कतल नहीं हो रहा, लुटखो नहीं हो रही, लोगों को धमकियां दे फोन आ रहे हैं। ऐसा है कि इन्होंने गरंटियां इन्नियां देती ਦੀਆਂ ਸੀ, ਲਾਰੇ ਇੰਨੇ ਲਾਤੇ ਸੀ ਪਰ ਪੂਰੇ ਨਹੀਂ ਕੀਤੇ। ਉਹਨਾਂ ਨੂੰ ਲੈ ਕੇ ਲੋਕਾਂ ਦੇ ਮਨ ਦੇ ਅੰਦਰ ਆਸ ਜਿਹੜੀ ਉਹ ਖਤਮ ਹੋਈ ਸੀ। 10 ਦਿਨਾਂ ਦੇ ਵਿੱਚ ਲੋਕਾਂ ਦੀ ਇੱਕੋ ਵਿਊ ਸੀਗਾ ਕਿ ਕਿਤੇ ਜਾ ਕੇ ਵੀ ਜੇ ਸਾਨੂੰ ਕਿਤੋਂ ਤਸੱਲੀ ਮਿਲੀ ਆ, ਜੇ ਸਾਨੂੰ ਕਿਤੇ ਸੈਟੀਸਫੈਕਸ਼ਨ ਮਿਲੀ ਆ ਤਾਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ। ਆਮ ਆਦਮੀ ਪਾਰਟੀ ਰੋਡ ਸ਼ੋਅ ਦੇ ਵਿੱਚ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ ਕਿ ਲੋਕਾਂ ਨੇ ਉੱਥੇ ਸ਼ਰੇਆਮ ਕਿਹਾ ਵੀ ਤੁਸੀਂ ਗੱਲਾਂ ਵਾਲੇ ਹੋ, ਤੁਸੀਂ ਕਰਨਾ ਕੁਝ ਨਹੀਂ, ਨਾ ਤੁਸੀਂ ਕੁਝ ਕੀਤਾ ਤੇ ਨਾ ਸਾਨੂੰ ਤੁਹਾਡੇ ਦਾ ਆਸ ਆ ਕੋਈ। ਪਿਛਲੀ ਸਰਕਾਰ ਨੇ ਕਿਹਾ ਸੀ ਅਸੀਂ ਵਧਾਵਾਂਗੇ ਹਰ ਸਾਲ, ਇਹ ਕਹਿੰਦੇ ਵਧਾਉਣੀ ਤਾਂ ਕੀ, ਅਸੀਂ ਪਿਛਲੀ ਵੀ ਨਹੀਂ ਦੇਣੀ। ਇਹਨਾਂ ਦੇ ਫਾਈਨੈਂਸ ਡਿਪਾਰਟਮੈਂਟ ਨੇ ਰਿਟਰਨ ਕਿਹਾ ਵਾ। ਮੇਰੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਇਹਨੂੰ ਰਿਜੈਕਟ ਕੀਤਾ ਔਰ ਅਸੀਂ ਵਾਟਰ ਟਰਮੀਨੇਸ਼ਨ ਐਕਟ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ, ਉਹਦੇ ਤੇ ਮੈਂ ਅੱਜ ਵੀ ਖੜਾ। ਸਰਕਾਰ ਦੀ ਜਲਦੀ ਹਵਾ ਨਿਕਲ ਜਾਣੀ ਇਹ ਪੰਜਾਬ ਦੇ ਫਾਇਦੇ ਦੀ ਗੱਲ ਨਹੀਂ। ਮੌਸਮ ਨਹੀਂ, ਇਹਨਾਂ ਦੇ ਐਮਐਲਏਆਂ ਨੂੰ ਵਿੱਚ ਵੰਡ ਨਹੀਂ ਦਿੱਤਾ। ਮੌਸਮ ਤਾਂ ਸਾਰਿਆਂ ਲਈ ਇੱਕੋ ਜਿਹਾ ਹੀ ਹੁੰਦਾ। ਇੱਕ ਵੈਸੇ ਇੰਨੀ ਜਲਦੀ ਸਰਕਾਰ ਦੀ ਆਪਣੀ ਇਮੇਜ ਦਾ ਥੱਲੇ ਡਿੱਗ ਜਾਣਾ ਵੀ ਇਹ ਚਿੰਤਾ ਦਾ ਵਿਸ਼ਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦਾ ਪਹਿਲਾ ਬਜਟ ਸੈਸ਼ਨ 24 ਜੂਨ ਯਾਨੀ ਕਿ ਅੱਜ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ। ਬਜਟ ਸੈਸ਼ਨ ਦੇ ਮੱਦੇਨਜ਼ਰ ਮੁੱਖ ਮੰਤਰੀ ਅਤੇ ਉਹਨਾਂ ਦੇ ਕਈ ਮੰਤਰੀ ਅਤੇ ਵਿਧਾਇਕ ਚੰਡੀਗੜ੍ਹ ਪਹੁੰਚ ਚੁੱਕੀ ਹੈ। 24 ਜੂਨ ਨੂੰ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਸ ਤੋਂ ਬਾਅਦ ਰਾਜਪਾਲ ਦਾ ਭਾਸ਼ਣ ਸ਼ੁਰੂ ਹੋਇਆ। ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਆਪਣੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ, ਉੱਥੇ ਵਿਰੋਧੀ ਪਾਰਟੀਆਂ ਆਪ ਸਰਕਾਰ ਨੂੰ ਘੇਰਦੀਆਂ ਵਿਖਾਈ ਦਿੱਤੀਆਂ, ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦਾ ਜੋ ਮਾਹੌਲ ਖਰਾਬ ਹੋ ਰਿਹਾ ਤੇ ਲੋ ਐਂਡ ਆਰਡਰ ਨੂੰ ਲੈ ਕੇ ਕਾਫੀ ਸਾਰੇ ਸਵਾਲ ਖੜੇ ਕੀਤੇ। ਨਾਲ ਹੀ ਉਹਨਾਂ ਕਿਹਾ ਕਿ ਬਜਟ ਸੈਸ਼ਨ ਦੇ ਵਿੱਚ ਜੋ ਵੀ ਕਮੀਆਂ ਪੇਸ਼ ਹੋਣਗੀਆਂ ਉਹਨਾਂ ਬਾਰੇ ਮੁੱਦਾ ਚੁੱਕਿਆ ਜਾਵੇਗਾ ਅਤੇ ਸਰਕਾਰ ਨੂੰ ਉਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਵੀ ਕਿਹਾ ਜਾਵੇਗਾ। 3 ਮਹੀਨੇ ਦੀ ਕਾਰਗੁਜ਼ਾਰੀ ਇਹਨਾਂ ਦੀ, ਅਗਰ ਉਹਦੇ ਵੱਲ ਨਜ਼ਰ ਮਾਰੀਏ ਤੇ ਕੋਈ ਬਹੁਤ ਜ਼ਿਆਦਾ ਉਮੀਦ ਨਹੀਂ ਹੈਗੀ। ਮੈਨੂੰ ਲੱਗਦਾ ਕਿ ਨਵੀਆਂ ਘੋਸ਼ਣਾ ਆਣਗੀਆਂ, ਉਹ ਪੂਰੀਆਂ ਕਿੱਦਾਂ ਕੀਤੀਆਂ ਜਾਣਗੀਆਂ ਉਹਦੇ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਜਾਏਗੀ ਔਰ ਅਸੀਂ ਉਹਨਾਂ ਕੋਲੋਂ ਜਵਾਬ ਮੰਗਾਂਗੇ ਕਿ ਘੋਸ਼ਣਾਵਾਂ ਦੇ ਨਾਲ ਸਰਕਾਰਾਂ ਨਹੀਂ ਚਲਦੀਆਂ, ਸਰਕਾਰਾਂ ਅਮਲੀ ਜਾਮੇ ਪਹਿਨਾਨ ਨਾਲ ਚਲਦੀਆਂ। ਬੀਜੇਪੀ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਜੀ ਅੱਜ ਸਦਨ ਦੇ ਅੰਦਰ? ਐਸਾ ਹੈ ਕਿ ਅੱਜ ਤੇ ਪਹਿਲਾ ਦਿਨ ਹੈ, ਬਜਟ ਪੇਸ਼ ਹੋਏਗਾ, ਉਸ ਤੋਂ ਬਾਅਦ ਉਹਨਾਂ ਕੋਲੋਂ ਜਵਾਬ ਮੰਗੇ ਜਾਣਗੇ। ਉੱਧਰ ਕਾਂਗਰਸ ਕਹਿੰਦੀ ਹੈ ਕਿ ਲਾਅ ਐਂਡ ਆਰਡਰ ਨੂੰ ਲੈ ਕੇ ਕੰਮ ਐਸਾ ਹੈ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾਈ ਹੈ। ਕੋਈ ਦਿਨ ਐਸਾ ਨਹੀਂ ਜਾ ਰਿਹਾ ਜਿਸ ਦਿਨ ਕਤਲ ਨਹੀਂ ਹੋ ਰਿਹਾ, ਲੁੱਟਖੋ ਨਹੀਂ ਹੋ ਰਹੀ, ਲੋਕਾਂ ਨੂੰ ਧਮਕੀਆਂ ਦੇ ਫੋਨ ਆ ਰਹੇ ਨੇ ਔਰ ਇਹਨਾਂ ਦੇ ਜਿਹੜੇ ਚੀਫ ਹੈ ਉਹ ਜਲੰਧਰ ਆ ਕੇ ਘੋਸ਼ਣਾ ਕਰਦੇ ਨੇ ਕਿ ਕਾਨੂੰਨ ਵਿਵਸਥਾ ਬੜੀ ਬਿਹਤਰ ਹੈ। ਅਗਰ ਇਹ ਬਿਹਤਰ ਹੈ ਤੇ ਖਰਾਬ ਕੀ ਹੁੰਦੀ ਹੈ? ਇਹਦੇ ਜਵਾਬ ਇਹਨਾਂ ਨੂੰ ਦੇਣੇ ਪੈਣਗੇ। ਸੰਗਰੂਰ 'ਚ ਵੋਟਰਾਂ ਦਾ ਜਿਹੜਾ ਉਤਸ਼ਾਹ ਉਹ ਮੱਠਾ ਪੈਂਦਾ ਦਿਸਿਆ, ਇਹਦਾ ਕਾਰਨ ਕੀ ਮੰਨਦੇ ਹੋ? ਸਾਰੀਆਂ ਪੋਲੀਟੀਕਲ ਪਾਰਟੀਆਂ ਲੋਕਾਂ ਨੂੰ ਕੱਢ ਕੇ ਲੈ ਕੇ ਆ ਸਕੀਆਂ? ਐਸਾ ਹੈ ਕਿ ਇਹਨਾਂ ਨੇ ਗਰੰਟੀਆਂ ਇੰਨੀਆਂ ਦੇਤੀ ਦੀਆਂ ਸੀ, ਲਾਰੇ ਇੰਨੇ ਲਾਤੇ ਸੀ ਪਰ ਪੂਰੇ ਨਹੀਂ ਕੀਤੇ। ਉਹਨਾਂ ਨੂੰ ਲੈ ਕੇ ਲੋਕਾਂ ਦੇ ਮਨ ਦੇ ਅੰਦਰ ਆਸ ਜਿਹੜੀ ਉਹ ਖਤਮ ਹੋਈ ਸੀ ਔਰ ਉਹ ਸਭ ਤੋਂ ਵੱਡਾ ਕਾਰਨ ਹੈ ਕਿ ਇੱਕ ਨਿਰਾਸ਼ਾ ਸੀ ਔਰ ਸਭ ਪੋਲੀਟੀਕਲ ਪਾਰਟੀਆਂ ਨੂੰ ਇਹਦੇ ਤੇ ਵਿਚਾਰ ਕਰਨ ਦੀ ਵੀ ਜ਼ਰੂਰਤ ਹੈ ਕਿ ਇਸ ਪ੍ਰਕਾਰ ਦੇ ਲੋਕ ਲੁਭਾਵਣੇ ਨਾਰੇ ਜਦੋਂ ਪੂਰੇ ਨਹੀਂ ਹੁੰਦੇ ਤੇ ਸਮਾਜ ਦੇ ਅੰਦਰ ਜਿਹੜੀ ਉਦਾਸੀਨਤਾ ਜਿਹੜੀ ਹੈ ਆਂਦੀ ਹੈ ਔਰ ਇਹ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਨੇ ਇੱਕ ਅਲੱਗ ਤਰੀਕੇ ਨਾਲ ਗੁੱਸਾ ਕੱਢਿਆ। ਨਹੀਂ, ਉਹਨੂੰ ਇਸ ਤਰੀਕੇ ਨਾਲ ਨਾ ਸਮਝੋ ਕਿਉਂਕਿ ਤਰ੍ਹਾਂ ਦੇ ਸਵਾਲ ਜਿਹੜੇ ਆ ਖੜੇ ਕੀਤੇ ਜਾ ਰਹੇ ਆ। ਪਰ ਮੈਂ ਇੱਕ ਗੱਲ ਜਾਣਦੀ ਆ ਵੀ ਝੋਨੇ ਦਾ ਸੀਜ਼ਨ ਜਿਹੜਾ ਤੇ ਅੱਤ ਦੀ ਗਰਮੀ ਸਿਖਰ ਤੇ ਸੀ, ਜਿਹੜੀ ਕੱਲ ਸਾਫ਼ ਦਿਸ ਰਹੀ ਸੀਗੀ। ਪਰ ਉੱਥੇ ਮੈਂ ਕੈਂਪੇਨ ਕੀਤੀ ਆ, ਉੱਥੇ ਲਗਾਤਾਰ ਡਟ ਕੇ 10 ਦਿਨ ਲਾਏ ਆ ਤਾਂ 10 ਦਿਨਾਂ ਦੇ ਵਿੱਚ ਲੋਕਾਂ ਦੀ ਇੱਕੋ ਵਿਊ ਸੀਗਾ ਕਿ ਕਿਤੇ ਜਾ ਕੇ ਵੀ ਜੇ ਸਾਨੂੰ ਕਿਤੋਂ ਤਸੱਲੀ ਮਿਲੀ ਆ, ਜੇ ਸਾਨੂੰ ਕਿਤੇ ਸੈਟੀਸਫੈਕਸ਼ਨ ਮਿਲੀ ਆ ਤਾਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ। ਆਮ ਆਦਮੀ ਪਾਰਟੀ ਹਰਿਆਣਾ ਦੇ ਵੱਲੋਂ ਟਵੀਟ ਆਇਆ ਇੱਕ, ਕਹਿੰਦੇ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਰੋਕ ਲਾਓ, ਤੇ ਨਾਲ ਹੀ ਉਹਨਾਂ ਨੇ ਨਹੀਂ ਇਹੋ ਜਿਹਾ ਕੁਝ ਨਹੀਂ ਆ। ਦੇਖੋ ਕੋਈ ਟਵੀਟ ਨਹੀਂ, ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈ। ਲੋਕਾਂ ਨੂੰ ਰੋਜ਼ ਧਮਕੀਆਂ ਮਿਲ ਰਹੀਆਂ ਨੇ ਸੋ ਇਸ ਲਈ ਇਹ ਸਾਰਾ ਕੁਝ ਸਾਹਮਣੇ ਆ ਵੀ 3 ਮਹੀਨੇ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਜਿਹੜੀ ਇੱਕ ਤਰ੍ਹਾਂ ਫੇਲ ਹੋ ਚੁੱਕੀ ਆ। ਆ ਜਿਹੜੀ ਕੱਲ ਇਲੈਕਸ਼ਨ ਹੋਈ ਆ ਸੰਗਰੂਰ ਦੀ, ਜਿੱਥੇ ਜਿਹੜਾ ਭਗਵੰਤ ਮਾਨ ਦਾ ਗੜ੍ਹ ਸੀ ਮੁੱਖ ਮੰਤਰੀ ਦਾ ਨਾ, ਉੱਥੇ ਰੋਡ ਸ਼ੋਅ ਦੇ ਵਿੱਚ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ ਕਿ ਲੋਕਾਂ ਨੇ ਉੱਥੇ ਸ਼ਰੇਆਮ ਕਿਹਾ ਵੀ ਤੁਸੀਂ ਗੱਲਾਂ ਵਾਲੇ ਹੋ, ਤੁਸੀਂ ਕਰਨਾ ਕੁਝ ਨਹੀਂ, ਨਾ ਤੁਸੀਂ ਕੁਝ ਕੀਤਾ ਤੇ ਨਾ ਸਾਨੂੰ ਤੁਹਾਡੇ ਦਾ ਆਸ ਆ ਕੋਈ। ਸੋ ਜਿਹੜੀ ਇੰਨੀ ਘੱਟ ਪੋਲਿੰਗ ਹੋਈ ਆ ਉਹ ਵੀ ਇਸ ਗੱਲ ਦਾ ਕਲੀਅਰ ਆ ਕਿ ਲੋਕ ਇਸ ਸਰਕਾਰ ਤੋਂ ਭੰਗ ਹੋ ਚੁੱਕੇ ਨੇ, ਜਾਣੀ ਕਿ ਦੁਖੀ ਆ ਚੁੱਕੇ ਨੇ, ਮੋਹ ਭੰਗ ਹੋ ਗਿਆ ਲੋਕਾਂ ਦੇ ਸਰਕਾਰ ਤੋਂ। ਅਤੇ ਉਹਨਾਂ ਨੂੰ ਜੋ ਇਹਨਾਂ ਨੇ ਆਸਾਂ ਜਗਾਈਆਂ ਸੀ ਕਿ ਸਾਨੂੰ ਇੱਕ ਮੌਕਾ ਦਿਓ, ਅਸੀਂ ਪਤਾ ਨਹੀਂ ਕੀ ਕਰ ਦਿਆਂਗੇ, ਉਹ ਮੌਕਾ ਦੇ ਕੇ ਲੋਕਾਂ ਨੂੰ ਅੱਜ ਪਛਤਾਵਾ ਹੋ ਰਿਹਾ ਵੀ ਇਹਨਾਂ ਨੂੰ ਮੌਕਾ ਦਿੱਤਾ
ਦੇਖੋ 1000 ਰੁਪਈਆ ਇਹਨਾਂ ਨੇ ਦੇਣਾ ਸੀਗਾ, ਬੀਬੀਆਂ ਨੇ ਬੜੀਆਂ ਵੋਟਾਂ ਪਾਈਆਂ ਇਹਨਾਂ ਨੂੰ, ਉਹ ਇਹਨਾਂ ਨੇ ਨਹੀਂ ਦਿੱਤਾ। ਬਿਜਲੀ ਦੇ 300 ਯੂਨਿਟ ਦੇਣੇ ਸੀ, ਉਹ ਨਹੀਂ ਮਿਲੇ, ਬਿਜਲੀ ਨਹੀਂ ਮਿਲ ਰਹੀ ਲੋਕਾਂ ਨੂੰ। ਫਿਰ ਅੱਜ ਲਾਅ ਐਂਡ ਆਰਡਰ ਦੇ ਹਾਲਾਤ ਤੁਹਾਡੇ ਹੁਣ ਦੇਖੋ, ਪੰਜਾਬ ਯੂਨੀਵਰਸਿਟੀ ਦਾ ਮੁੱਦਾ ਕਿੱਡਾ ਵੱਡਾ ਵਾ, ਸਰਕਾਰ ਚੁੱਪ ਬੈਠੀ ਆ ਤੇ ਉੱਥੇ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਹੈਗੀਆਂ ਨੇ, ਆਰਗੇਨਾਈਜੇਸ਼ਨ ਲੜ ਰਹੀਆਂ ਨੇ, ਲੇਕਿਨ ਇਹ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ। ਗ੍ਰਾਂਟ ਪਿਛਲੀ ਸਰਕਾਰ ਨੇ ਕਿਹਾ ਸੀ ਅਸੀਂ ਵਧਾਵਾਂਗੇ ਹਰ ਸਾਲ, ਇਹ ਕਹਿੰਦੇ ਵਧਾਉਣੀ ਤਾਂ ਕੀ, ਅਸੀਂ ਪਿਛਲੀ ਵੀ ਨਹੀਂ ਦੇਣੀ। ਇਹਨਾਂ ਦੇ ਫਾਈਨੈਂਸ ਡਿਪਾਰਟਮੈਂਟ ਨੇ ਰਿਟਨ ਕਿਹਾ ਵਾ, ਤੇ ਅੱਜ ਉਹ ਯੂਨੀਵਰਸਿਟੀ ਦਾ ਮੁੱਦਾ ਜਿਹੜਾ ਇੱਕ ਬੜਾ ਅਹਿਮ ਮੁੱਦਾ, ਜੇ ਅਸੀਂ ਨਾ ਉਹ ਲੜਾਈ ਲੜੀ ਤਾਂ ਇਹ ਜਿਹੜੀ ਯੂਨੀਵਰਸਿਟੀ ਆ ਪੰਜਾਬ ਦੇ ਹੱਥੋਂ ਨਿਕਲ ਜਾਊਗੀ। ਅਜੇ ਪਹਿਲਾਂ ਟੈਸਟ ਪੇਪਰ ਤੇ ਆਉਣ ਦਿਓ ਕਿ ਉਹਦੇ 'ਚ ਫੇਰ ਗੱਲ ਕਰਾਂਗੇ। ਦੇਖੋ ਜਿਹੜੇ ਅਜੇ ਜਿਹੜਾ ਹੁੰਦਾ ਬਜਟ ਹੁੰਦਾ, ਬੜਾ ਸੀਕ੍ਰੇਟ ਡਾਕੂਮੈਂਟ ਹੁੰਦਾ, ਪੇਸ਼ ਕਰਨਗੇ, ਉਹਦੇ ਬਾਅਦ ਉਹਦੇ ਤੇ ਪੂਰੀ ਦੱਸਾਂਗੇ ਤੁਹਾਨੂੰ ਕਿ ਜਿਹੜੀ ਕੋਈ ਅੱਗੇ ਆਉਣਗੇ ਅੰਦਰ ਤੁਹਾਨੂੰ ਦੱਸਾਂਗੇ, ਕਿਉਂਕਿ ਲਾਈਵ 'ਚ ਲਾਇਆ, ਬਾਅਦ ਕੋਈ ਟੈਲੀਕਾਸਟ ਜ਼ਰੂਰ ਕਰਿਓ। ਪੰਜਾਬ ਦੀ ਲਾਅ ਐਂਡ ਆਰਡਰ ਵਿਵਸਥਾ, ਜਿਹੜੀ ਲਾਅ ਐਂਡ ਆਰਡਰ ਦੀ ਵਿਵਸਥਾ ਦੀ ਗੱਲ ਹੈ ਕਿ ਮੈਨੂੰ ਹੁਣੇ ਬਾਹਰ ਵੀ ਉਹਨਾਂ ਨੇ ਪੁੱਛਿਆ ਕਿ ਜੀ ਪਿਛਲੀ ਸਰਕਾਰ ਦੀ ਦੇਣ ਆ, ਤਾਂ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਸਿੱਧੂ ਮੂਸੇਵਾਲੇ ਤੋਂ ਬਾਅਦ ਜਿਹੜਾ ਇੰਨਾ ਹੌਟ ਇਸ਼ੂ ਆਇਆ, ਤੇ ਉਹ ਤੇ ਸਾਰਾ ਕੁਝ ਤਿਹਾੜ ਜੇਲ੍ਹ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਔਰ ਉਹਨੇ ਮੰਨਿਆ ਕਿ ਮੈਂ ਉੱਥੇ ਬੈਠ ਕੇ ਇਹ ਸਾਰਾ ਕੁਝ ਕੀਤਾ, ਤੇ ਇਹ ਜੇਲ੍ਹ ਦੇ ਵਿੱਚ ਬੈਠ ਕੇ ਹੋਇਆ। ਤੇ ਪਿਛਲੀ ਸਰਕਾਰ ਦੀ ਇਹਦੇ 'ਚ ਕੀ ਦੇਣੇ? ਪਿਛਲੀ ਸਰਕਾਰ ਦੇ ਟਾਈਮ ਤੇ ਵੀ ਉਹ ਉੱਥੇ ਹੀ ਦਿੱਲੀ ਵਾਲੀ ਜੇਲ੍ਹ 'ਚ ਬੰਦ ਸੀ, ਡਿਊਰਿੰਗ ਇਲੈਕਸ਼ਨ ਨੇ ਉੱਥੇ ਬੰਦ ਸੀ। ਤੇ ਇਹਦਾ ਮਤਲਬ ਕਿ ਜਿਹੜੇ 2-3 ਗੈਂਗਸਟਰ ਉੱਥੇ ਬੰਦ ਨੇ, ਔਰ ਮੈਂ ਪਹਿਲਾਂ ਵੀ ਤੁਹਾਡੇ ਰਾਹੀਂ ਕਈ ਵਾਰ ਕਹਿ ਚੁੱਕਾ ਕਿ ਮੈਂ ਆਪ ਕਹਿੰਦਾ ਰਿਹਾ ਕਿ ਇਹਨਾਂ ਦੇ ਮੋਬਾਈਲ ਬੰਦ ਕਰੋ ਅੰਦਰੋਂ ਜੇਲ੍ਹ ਦੇ ਵਿੱਚੋਂ, ਮੇਰੇ ਨਾਲ ਬੈਠ ਕੇ ਗੱਲ ਕਰ ਲੈ। ਮੈਂ ਇਹਨਾਂ ਨੂੰ ਕਿਹਾ ਵੀ ਕਿ ਬਾਬਰਾ ਨੂੰ ਮੈਂ ਡਿਊਰਿੰਗ ਇਲੈਕਸ਼ਨ ਮੈਂ 3-4 ਵਾਰੀ ਕਿਹਾ, ਔਰ ਬਿਫੋਰ ਇਲੈਕਸ਼ਨ ਵੀ ਮੈਂ ਕਿਹਾ, ਜਦੋਂ ਸਾਡਾ ਹੈਗਾ ਸੀ, ਮੈਂ ਉਹ ਗੱਲ ਕਿਉਂ ਨਹੀਂ ਕਰਦੇ ਤੁਸੀਂ ਉਹਨਾਂ ਦੇ ਨਾਲ? ਜਿਹੜੇ ਏਜੰਸੀਆਂ ਪ੍ਰੋਵਾਈਡ ਕਰਦੀਆਂ, ਮੈਨੂੰ ਨਹੀਂ ਪਤਾ ਕੌਣ ਪ੍ਰੋਵਾਈਡ ਕਰਦੀਆਂ ਨੇ, ਏਜੰਸੀਆਂ ਪ੍ਰੋਵਾਈਡ ਕਿਉਂ ਕਰਦੀਆਂ ਨੇ। ਅੰਦਰ ਜਿਹੜੇ ਜੇਲ੍ਹ ਡਿਪਾਰਟਮੈਂਟ, ਇੱਥੇ ਜਿਹੜੀ ਲਾਰੈਂਸ ਬਿਸ਼ਨੋਈ ਦੀ ਜਿਹੜੀ ਪੁੱਛਤਾਛ ਤੇ ਇਹ ਹੋਣੀ ਚਾਹੀਦੀ ਹੈ, NIA ਵਾਲੇ ਨੂੰ ਇਹ ਪੁੱਛਣਾ ਚਾਹੀਦਾ ਕਿ ਤੈਨੂੰ ਅੰਦਰ ਮੋਬਾਈਲ ਦਿੱਤਾ ਕਿੰਨੇ? ਜੇਲ੍ਹ ਡਿਪਾਰਟਮੈਂਟ 'ਚ ਏਜੰਸੀਆਂ ਨਹੀਂ ਦਿੰਦੀਆਂ। ਜੇਲ੍ਹ ਡਿਪਾਰਟਮੈਂਟ 'ਤੇ ਇਹੋ ਜਿਹੇ ਏਡੇ ਵੱਡੇ ਜਿਹਨੂੰ ਹਾਈ ਸਿਕਿਉਰਿਟੀ ਜ਼ੋਨ 'ਚ ਰੱਖਿਆ ਹੁੰਦਾ, ਇੱਕ ਡਬਲ ਹਾਈ ਸਿਕਿਉਰਿਟੀ ਜ਼ੋਨ ਹੁੰਦਾ, ਉਹਦੇ 'ਚ ਇਹੋ ਜਿਹੇ ਬੰਦੇ ਰੱਖੇ ਜਾਂਦੇ ਜਿੱਥੇ ਮੋਬਾਈਲ ਪ੍ਰੋਵਾਈਡ ਕਰਨਾ ਬਹੁਤ ਔਖਾ ਹੁੰਦਾ। ਔਰ ਇਹਦਾ ਉੱਥੋਂ ਦੇ DGP ਨੂੰ, ਇਹਨਾਂ ਨੂੰ ਸਾਰਿਆਂ ਨੂੰ ਜਵਾਬ ਦੇਣਾ ਪਏਗਾ ਕਿ ਇਹਨੂੰ ਕਿਸ ਬੰਦੇ ਨੇ ਲਾਰੈਂਸ ਬਿਸ਼ਨੋਈ ਨੂੰ ਉੱਥੇ ਮੋਬਾਈਲ ਪ੍ਰੋਵਾਈਡ ਕਰਵਾਇਆ, ਔਰ ਮੋਬਾਈਲ ਦੇ ਉੱਤੋਂ ਜਿਹੜੀਆਂ WhatsApp ਕਾਲਸ ਜਾਂ ਬਾਹਰਲੀਆਂ ਕਾਲਸ ਜਾਂ ਉੱਥੇ ਜਿਹੜੇ ਉਹਨੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਵੈਪਨਸ ਪ੍ਰੋਵਾਈਡ ਕਰਵਾਉਣੇ ਅੰਦਰੋਂ ਜੇਲ੍ਹ ਦਿਓ, ਇਹ ਬੜੀ ਵੱਡੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੈ ਕਿ ਦਿੱਲੀ ਦੀ ਜੇਲ੍ਹ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਨੈਸ਼ਨਲ ਏਜੰਸੀ ਤੋਂ। ਮੈਂ ਹੁਣ ਅੰਗਰੇਜ਼ੀ 'ਚ ਬੋਲਾਂ। ਕਿਹੜੀ ਪਾਰਟੀ ਨੇ ਟਵੀਟ ਕਰਿਆ ਹਰਿਆਣੇ ਤੋਂ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਬੈਨ ਲੱਗਣਾ ਚਾਹੀਦਾ, ਇਨਵੈਸਟੀਗੇਟ ਹੋਣਾ ਚਾਹੀਦਾ। ਦੇਖੋ ਗੱਲ ਸੁਣੋ, ਜਿਹੜੀ ਸਾਡਾ ਕਾਂਗਰਸ ਦਾ ਜਿਹੜਾ ਜੋ ਸਟੈਂਡ ਸੀਗਾ ਅੰਦਰ ਵਾਟਰ ਟਰਮੀਨੇਸ਼ਨ ਐਕਟ ਅਸੀਂ ਲੈ ਕੇ ਆਏ ਸੀ ਕਿ ਪੰਜਾਬ ਕੋਲ ਇੱਕ ਨਹੀਂ, ਇਹ ਜਿਹੜੇ ਰਾਈਟਰ ਹੁੰਦੇ ਨੇ ਇਹਨਾਂ ਦੇ ਆਪਣੀਆਂ ਭਾਵਨਾਵਾਂ ਹੁੰਦੀਆਂ ਨੇ, ਰਾਈਟਰ ਦੀ ਕਲਮ ਨੂੰ ਕਦੀ ਕੋਈ ਨਹੀਂ ਰੋਕ ਸਕਦਾ। ਉਹ ਕਿਸੇ ਮੈਂ ਦੇਖੋ ਜੋ ਉਹਨੇ ਦੇਖੋ ਗੱਲ ਸੁਣ, ਮੈਂ ਆਪਣੀ ਪਾਰਟੀ ਦਾ ਸਟੈਂਡ ਸਪਸ਼ਟ ਕਰੂੰਗਾ। ਮੇਰੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਇਹਨੂੰ ਰਿਜੈਕਟ ਕੀਤਾ, ਔਰ ਅਸੀਂ ਵਾਟਰ ਟਰਮੀਨੇਸ਼ਨ ਐਕਟ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ, ਉਹਦੇ ਤੇ ਮੈਂ ਅੱਜ ਵੀ ਖੜਾ। ਕਿਹੜੇ ਮਸਲੇ? ਦੇਖੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਬਹੁਤ ਵੱਡੀ ਪ੍ਰੋਬਲਮ ਹੈ, ਕਿਉਂਕਿ ਇੰਨੀ ਜਲਦੀ ਔਰ ਇੰਨੀ ਸਰਕਾਰ ਦੀ ਜਲਦੀ ਹਵਾ ਨਿਕਲ ਜਾਣੀ ਇਹ ਪੰਜਾਬ ਦੇ ਫਾਇਦੇ ਦੀ ਗੱਲ ਨਹੀਂ ਹੈ। ਇਹ ਮੈਨੂੰ ਲੱਗਦਾ ਕਿ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਸਾਡੇ ਪਰਸੈਂਟੇਜ ਇੰਨੀ ਡਾਊਨ ਮਾਰ ਗਈ ਜੀ, ਆਖਰਕਾਰ ਜੇ ਕਹੀਏ ਚੋਣ ਦੇ ਵਿੱਚ ਕਿਵੇਂ ਦੇਖਦੇ ਹੋ? ਲੱਗਦਾ ਸਰਕਾਰ ਦਾ ਦੇਖੋ ਸਰਕਾਰ ਦੇਖੋ 75% ਤੋਂ ਸਿੱਧੀ 45% ਤੇ ਆ ਜਾਣੀ। ਇਹ ਆਪਣੇ ਆਪ ਦੇ ਵਿੱਚ ਇੱਕ ਸਰਕਾਰ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ੍ਹ ਜਿਹੜਾ ਉਹ ਖੜਾ ਕਰਦੀ ਹੈ। ਪਰ ਆਮ ਆਦਮੀ ਪਾਰਟੀ ਕਹਿੰਦੀ ਮੌਸਮ ਦਾ ਫਰਕ ਪੈ ਗਿਆ, ਗਰਮੀ ਸੀ ਇਸ ਕਰਕੇ ਨਹੀਂ ਲੋਕ ਆਏ, ਤੇ ਨਾਲ ਹੀ ਮੌਸਮ ਨਹੀਂ, ਇਹਨਾਂ ਦੇ MLAਆਂ ਨੂੰ ਵਿੱਚ ਵੰਡ ਨਹੀਂ ਦਿੱਤਾ। ਮੌਸਮ ਤਾਂ ਸਾਰਿਆਂ ਲਈ ਇੱਕੋ ਜਿਹਾ ਹੀ ਹੁੰਦਾ, ਇਹ ਕਿਸੇ ਲਈ। ਪ੍ਰਗਟ ਜੀ, ਲੋ ਟਰਨ ਆਊਟ ਜਿਹੜਾ ਹੈ ਵੋਟਰਸ ਦਾ, ਕੀ ਰੀਜ਼ਨਸ ਤੁਸੀਂ ਕਾਊਂਟ ਕਰ ਰਹੇ ਹੋ ਕਿ ਕਹਿੰਦੇ ਨੇ ਕਿ ਝੋਨੇ ਦੀ ਬਿਜਾਈ ਦੇ ਕਰਕੇ? ਦੇਖੋ ਤੁਸੀਂ ਜੋ ਮਰਜ਼ੀ ਕਹੀ ਜਾਓ, ਇਹ ਜੋ ਮਰਜ਼ੀ ਕਹੀ ਜਾਣ, ਬੇਸਿਕਲੀ ਇਹ ਤਾਂ ਜਿਹੜੀ ਇਹਨਾਂ ਦਾ ਜਿਹੜਾ ਇਹਨਾਂ ਦੀ 3 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਗਿਰਾਵਟ ਆਈ ਆ, ਇਹ ਉਹਦਾ ਨਤੀਜਾ 3 ਮਹੀਨਿਆਂ ਦੀ ਜਿਹੜੀ ਕਾਰਗੁਜ਼ਾਰੀ ਦੀ ਗਿਰਾਵਟ ਆਈ ਆ, ਉਹਦਾ ਨਤੀਜਾ ਹੈ। ਤੁਹਾਨੂੰ ਲੱਗਦਾ ਕਿ ਸਰਕਾਰ ਸਹੀ ਤਰੀਕੇ ਨਾਲ ਚੱਲ ਪਾ ਰਹੀ ਆ ਜਾਂ ਨਹੀਂ? ਲਾਅ ਐਂਡ ਆਰਡਰ ਕਿੰਨੀ ਵੱਡੀ ਪ੍ਰੋਬਲਮ ਹੈਗੀ ਆ, ਸੋ ਮੈਨੂੰ ਨਹੀਂ ਲੱਗਦਾ ਇਹਨਾਂ ਕੋਲੋਂ ਕੰਟਰੋਲ ਹੋ ਰਿਹਾ, ਅਨਫੋਰਚੂਨੇਟਲੀ। ਔਰ ਵੈਸੇ ਇੰਨੀ ਜਲਦੀ ਸਰਕਾਰ ਦੀ ਆਪਣੀ ਇਮੇਜ ਦਾ ਥੱਲੇ ਡਿੱਗ ਜਾਣਾ ਵੀ ਇਹ ਚਿੰਤਾ ਦਾ ਵਿਸ਼ਾ। ਬਜਟ ਬਣਾਉਣ ਤੋਂ ਪਹਿਲਾਂ ਲੋਕਾਂ ਤੋਂ ਪੁੱਛੇ ਵੀ ਦੱਸੋ ਭਾਈ ਤੁਹਾਡੀ ਕੀ ਸਮੱਸਿਆ, ਆਪਾਂ ਕਿਸ ਤਰੀਕੇ ਦੇ ਨਾਲ ਪਹਿਲ ਦੇ ਆਧਾਰ ਤੇ ਕਿਹੜਾ ਕੰਮ ਕਰੀਏ। ਸਾਡੇ ਸਤਿਕਾਰਯੋਗ ਹਰਪਾਲ ਸਿੰਘ ਚੀਮਾ ਜੀ
ਸਾਰੇ ਜ਼ਿਲ੍ਹਿਆਂ 'ਚ ਜਾ ਕੇ ਮੀਟਿੰਗਾਂ ਕੀਤੀਆਂ, ਲੋਕਾਂ ਨੂੰ ਬੁਲਾਇਆ, ਉੱਥੋਂ ਦੇ ਅਧਿਕਾਰੀਆਂ ਨੂੰ ਬੁਲਾਇਆ ਤੇ ਬਜਟ ਦੀ ਗਿਣਤੀ ਕੀਤੀ। ਮੈਨੂੰ ਪੂਰੀ ਆਸ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਹ ਬਜਟ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰੇਗਾ। ਮਾਨੋ ਕਿ ਜਿਹੜਾ ਵਿਰੋਧੀ ਪੂਰੀ ਤਰੀਕੇ ਨਾਲ ਸਰਕਾਰ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਆ ਰਿਹਾ, ਹਰ ਮੁੱਦੇ ਤੇ ਉਹਨਾਂ ਦੇ ਕਹਿੰਦੇ ਕਿ ਸਰਕਾਰ ਫੇਲ ਹੋਈ ਹੈ, ਭਾਵੇਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ, ਚੋਣ ਵਾਅਦਿਆਂ ਦੀ ਗੱਲ ਹੋਇਆ, ਹਰ ਚੀਜ਼ ਦੇ ਉੱਤੇ ਸਰਕਾਰ ਵੋਟਰ ਟਰਨਆਊਟ ਤੇ ਉਸ ਦਾ ਫਰਕ ਪਿਆ ਸਕਰੂਟ ਦੇ ਵਿੱਚ। ਟਰਨਆਊਟ ਵੀ ਕਮਰਾ ਉਸਕੇ ਉੱਪਰ ਵੀ गिरते हुए नजर ਦੇਖੋ ਜੀ, ਸਭ ਤੋਂ ਪਹਿਲਾਂ ਤਾਂ VOTING % ਦਾ ਘਟਣ ਦਾ ਕਾਰਨ ਇੱਕ ਜਿਹੜਾ ਪੈਡੀ ਸੀਜ਼ਨ ਚੱਲਦਾ, ਕੋਈ ਆਪਦੇ ਕੰਮ ਨੂੰ ਨਹੀਂ ਛੱਡਦਾ ਹੁੰਦਾ, ਲੰਬੀਆਂ ਲਾਈਨਾਂ 'ਚ ਕੋਈ ਲੰਘਣਾ ਨਹੀਂ ਚਾਹੀਦਾ, ਇੱਕ ਇਹ ਵੀ ਪ੍ਰੋਬਲਮ ਆਈ ਹੈ ਇਸ ਵਾਰ। ਦੂਜੀ ਗੱਲ, ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਹ ਵੀ ਕੰਮ ਕਾਬਲੇ ਤਾਰੀਫ ਹੈ। ਵਿਰੋਧੀਆਂ ਤੋਂ ਪੁੱਛੋ ਵੀ ਕਦੇ ਤੁਹਾਡੀਆਂ ਸਰਕਾਰਾਂ 'ਚ ਝੋਨੇ ਦੀ ਲਵਾਈ 'ਚ ਇੰਨੀ ਲਾਈਟ ਰਹਿੰਦੀ ਸੀ? ਕਦੇ ਇੰਨਾ ਈਜ਼ੀ ਹੋਇਆ ਸੀ ਪੈਡੀ ਸੀਜ਼ਨ? ਇਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਸਾਡੇ ਬਿਜਲੀ ਮੰਤਰੀ ਹਰਭਜਨ ਸਿੰਘ ਜੀ ਨੇ ਕੰਮ ਕੀਤਾ, ਹਰਭਜਨ ਸਿੰਘ ਈਟੀਓ ਨੇ। ਜਿਹੜੇ ਵਿਰੋਧੀ ਧਿਰ ਕਹਿ ਰਹੀ ਹੈ ਵੀ ਕੰਮ ਨਹੀਂ ਹੋਏ, ਕੰਮ ਲਈ ਅਸੀਂ 5 ਸਾਲ ਮੰਗਿਆ, ਲੋਕਾਂ ਨੇ ਸਾਨੂੰ 5 ਸਾਲ ਭਾਰੀ ਬਹੁਮਤ ਨਾਲ ਜਿਤਾਇਆ ਤੇ ਕੰਮ ਕਰਕੇ ਦਿਖਾਵਾਂਗੇ। ਅਸੀਂ ਤਾਂ ਕਹਿੰਦੇ ਹਾਂ ਵੀ ਅਸੀਂ ਕੋਈ ਗੁਟਕਾ ਸਾਹਿਬ ਦੀ ਸਹੁੰ ਨਹੀਂ ਕੀਤੀ, ਅਸੀਂ ਕੋਈ ਸਰਕਾਰ ਬਚਾਉਣ ਦੇ ਲਈ ਕੋਈ ਬੇਅਦਬੀ ਨਹੀਂ ਕਰਵਾਈ। ਅਸੀਂ ਤਾਂ ਇੱਕੋ ਹੀ ਗੱਲ ਕਹਾਂਗੇ, ਜਿਹੜੇ ਵਾਅਦਿਆਂ ਤੇ ਆਏ ਆ 101% ਖਰੇ ਉਤਰਾਂਗੇ ਤੇ ਲੋਕਾਂ ਦੀਆਂ ਆਸਾਂ ਸਾਡੇ ਨਾਲ। ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਕਾਫੀ ਸਵਾਲ ਉੱਠ ਰਹੇ ਨੇ। ਦਿੱਲੀ ਪੁਲਿਸ ਗ੍ਰਿਫਤਾਰੀਆਂ ਕਰ ਰਹੀ ਹੈ, ਜਿਹੜੇ ਮੇਨ ਸ਼ੂਟਰਸ ਨੇ। ਪੰਜਾਬ ਪੁਲਿਸ ਤੇ ਸਵਾਲ ਉੱਠ ਰਹੇ ਨੇ ਕਿ ਪੰਜਾਬ ਪੁਲਿਸ ਕਿਉਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਜਿਹੜਾ ਕਾਮਯਾਬ ਨਹੀਂ। ਕਦੇ ਅੱਜ ਤੱਕ ਤੁਸੀਂ ਸੁਣਿਆ ਸੀ ਵੀ ਸਾਡਾ ਏਜੀ ਭਾਵੇਂ ਪਿਛਲੀ ਸਰਕਾਰ ਦਾ ਹੋਵੇ ਜਾਂ ਉਦੋਂ ਪਿਛਲੀ ਸਰਕਾਰ ਦਾ ਹੋਵੇ, ਕਿਸੇ ਲੋਅਰ ਕੋਰਟ 'ਚ ਪੇਸ਼ ਹੋ ਕੇ ਇੱਕ ਬੜੀ ਮਿਹਨਤ ਕਰਕੇ ਮੁਸ਼ੱਕਤ ਦੇ ਨਾਲ ਕਿਸੇ ਵੱਡੇ ਗੈਂਗਸਟਰ ਨੂੰ ਇੱਥੇ ਪੰਜਾਬ ਦੇ ਵਿੱਚ ਲੈ ਆਵੇ? ਕਦੇ ਹੋਇਆ ਸੀ? ਇਹ ਹੋਇਆ ਤਾਂ ਹੋਇਆ ਸਿਰਫ ਕਿਹਦੀ ਸਰਕਾਰ 'ਚ? ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ। ਕਾਂਗਰਸ ਕਹਿੰਦੀ ਹੈ ਜੀ ਕਿ ਤੁਸੀਂ ਜੇਲ੍ਹ 'ਚੋਂ ਗੈਂਗਸਟਰ ਨੂੰ ਲਿਆਉਣ ਨੂੰ ਵੱਡੀ ਪ੍ਰਾਪਤੀ ਦੱਸ ਰਹੇ ਹੋ। ਉਹ ਕਹਿੰਦੇ ਨੇ ਕਿ ਗ੍ਰਿਫਤਾਰੀਆਂ ਜ਼ਿਆਦਾ ਦਿੱਲੀ ਪੁਲਿਸ ਨੇ ਤੇ ਦੂਜੇ ਸੂਬਿਆਂ ਦੀਆਂ ਨੇ ਕੀਤੀਆਂ ਨੇ। ਉਹ ਕਹਿੰਦੇ ਪੰਜਾਬ ਪੁਲਿਸ ਇੱਕ ਵੀ ਦਿਖਾ ਦੇਵੇ, ਐਸਾ ਇਲਜ਼ਾਮ ਕਾਂਗਰਸ ਲਾ ਰਹੀ ਹੈ। ਦੇਖੋ ਜੀ, ਕਾਂਗਰਸ ਤਾਂ ਲਾ ਰਹੀ ਹੈ, ਇਹਨਾਂ ਦਾ ਆਪਦਾ ਜਦੋਂ ਅਸੀਂ ਕਹਿੰਦੇ ਸੀ ਵੀ ਭਾਈ ਆਪਦੇ ਅਤੁਲ ਨੰਦਾ ਨੂੰ ਲੈ ਜਾਇਆ ਕਰੋ ਨਾਲ, ਇਹ ਕਹਿੰਦੇ ਸੀ ਜੇ ਇੱਥੋਂ ਤੁਰ ਜਾਂਦੇ ਸੀ ਸਾਰੇ। ਇਹਨਾਂ ਨੇ ਉਸ ਟਾਈਮ ਸਮੇਂ ਦੇ ਆਈਜੀ ਤੇ ਸਾਡੇ MLA ਸਾਹਿਬ ਨੇ ਕਿਹਾ ਸੀ ਵੀ ਇੱਥੋਂ ਤਾਂ ਸਾਰੇ ਖਰਚਿਆਂ ਨਾਲ ਤੁਰ ਜਾਂਦੇ ਆ, ਪਰ ਜਦੋਂ ਉੱਥੇ ਜਾਂਦੇ ਆ ਸਿਹਤ ਖਰਾਬ ਹੋ ਜਾਂਦੀ ਹੈ। ਮੈਂ ਨਹੀਂ ਕਹਿੰਦੀ ਸਿੱਧੂ ਮੂਸੇਵਾਲੇ ਦਾ ਮਰਡਰ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਧੱਕਾ ਲੱਗਿਆ। ਜਿਹੜਾ ਇੱਕ ਮਾਂ ਦਾ ਪੁੱਤ ਜਾਂਦਾ, ਜਿੰਨਾ ਦੁੱਖ ਹੋਣਾ ਚਾਹੀਦਾ ਹਰ ਮਾਂ ਨੂੰ ਪੰਜਾਬ ਦੀ ਨੂੰ ਹੋਇਆ, ਪਰ ਜੇ ਉਹਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ, ਇਹ 'ਚ ਕੋਈ ਦੋ ਰਾਏ ਨਹੀਂ। ਪਰ ਜਿਹੜੇ ਇਹ ਗੈਂਗਸਟਰ ਵਾਰ ਸ਼ੁਰੂ ਕੀਤੀ ਆ, ਇਹ ਦੋਨਾਂ ਪਾਰਟੀਆਂ ਦੀ ਸ਼ੁਰੂ ਕੀਤੀ ਹੈ। ਸੁਖਜਿੰਦਰ ਰੰਧਾਵਾ ਜੀ ਪਿਛਲੀ ਵਾਰ ਮੰਤਰੀ ਸੀਗੇ, ਉਹ ਖੁਦ ਕਹਿੰਦੇ ਰਹੇ ਵੀ ਇਹ ਪਾਲੇ ਹੋਏ ਲੋਕ ਆ। ਇਸ ਕਰਕੇ ਜਿਹੜੇ ਵਿਰੋਧੀ ਇਲਜ਼ਾਮ ਲਾਉਂਦੇ ਆ, ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਲੋਕਾਂ ਨੇ ਪੂਰਾ ਵਿਸ਼ਵਾਸ ਜਤਾਇਆ ਤੇ ਪੂਰੀ ਮਿਹਨਤ ਦੇ ਨਾਲ ਉਹ ਕੰਮ ਕਰ ਰਹੇ ਆ। ਲੋਕਾਂ ਨੂੰ ਹਰ ਤਰ੍ਹਾਂ ਦੇ ਨਾਲ ਹਰ ਫੈਸਲੇ ਦੇ ਵਿੱਚ ਉਹਨਾਂ ਨੂੰ ਰਾਹਤ ਮਿਲੇਗੀ, ਇਸ ਗੱਲ ਦਾ ਮੈਨੂੰ ਵਿਸ਼ਵਾਸ ਹੈ। SVL ਗਾਣੇ ਨੂੰ ਲੈ ਕੇ ਵੀ ਬੜੀ ਚਰਚਾ ਸ਼ੁਰੂ ਹੋ ਗਈ ਹੈ। SVL ਗਾਣੇ ਦੀ ਸ਼ੁਰੂਆਤ ਹੈ ਜਿਹੜੀ ਉਹ ਤੁਹਾਡੇ ਹਰਿਆਣੇ ਦੇ ਜਿਹੜਾ ਹੈਗਾ ਲੀਡਰ ਦੇ ਬਿਆਨ ਤੋਂ, MP ਦੇ ਬਿਆਨ ਤੋਂ ਸ਼ੁਰੂਆਤ ਹੁੰਦੀ ਆ। ਕਿਵੇਂ ਦੇਖਦੇ ਹੋ? SVL ਗਾਣਾ ਸੁਣਿਆ ਤਾਂ ਤੁਸੀਂ ਵੀ ਹੋਵੇਗਾ। SYL ਗਾਣੇ ਦੇ ਵਿੱਚ ਮੈਂ ਤਾਂ ਸੁਣਿਆ ਨਹੀਂ। ਦੂਜੀ ਗੱਲ ਇੱਕ ਹੈ, ਸਾਰੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਅਸੀਂ ਸੁਣਿਆ ਨਹੀਂ ਜੀ। ਮੇਰੀ ਗੱਲ ਸੁਣੋ, ਹੋ ਸਕਦਾ ਮੈਂ ਬੱਬੂ ਮਾਨ ਜੀ ਦੇ ਬਹੁਤੇ ਗਾਣੇ ਨਾ ਸੁਣੇ ਹੋਣ, ਜਾਂ ਮੈਂ ਸਿੱਧੂ ਮੂਸੇਵਾਲੇ ਦੇ ਗਾਣੇ ਬਹੁਤੇ ਨਾ ਸੁਣੇ ਹੋਣ। ਕਿਉਂਕਿ ਗਾਣਾ ਤੋਂ ਹਟ ਕੇ ਹੋ ਗਿਆ, ਚਰਚਾ ਦਾ ਵਿਸ਼ਾ ਬਣ ਗਿਆ। ਨਹੀਂ, ਇੱਕ ਮਿੰਟ ਮੇਰੀ ਗੱਲ ਸੁਣੋ, ਹੋ ਸਕਦਾ ਮੈਂ ਨਾ ਸੁਣਿਆ ਹੋਵੇ। ਦੂਜੀ ਗੱਲ ਇੱਕ ਹੈ, ਜਿਹੜੀ ਉਸ ਗਾਣੇ ਦੇ ਵਿੱਚ ਉਹਨਾਂ ਨੇ, ਮੈਂ ਮੀਡੀਆ ਸੋਸ਼ਲ ਮੀਡੀਆ ਦੇਖਦੀ ਆ ਰਹੀ ਸੀ, ਬੱਬੂ ਮਾਨ ਜੀ ਤੇ ਅਟੈਕ ਆ ਜਾਂ ਗਾਣੇ ਅਕਸਰ ਆਉਂਦੇ ਆ ਤੇ ਚਰਚਾ 'ਚ ਰਹਿੰਦੇ ਆ। ਜਿੱਥੇ ਲੋਕਾਂ ਨੂੰ ਰਾਹਤ ਦੀ ਗੱਲ ਹੈ, ਉੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਵਚਨਬੱਧ ਆ ਲੋਕਾਂ ਦੇ ਨਾਲ, ਕਿਉਂਕਿ ਲੋਕਾਂ ਨੇ ਸਾਡੀਆਂ ਆਸਾਂ ਤੇ ਖਰੇ ਉਤਰੇ ਆ। ਮਾਨ ਸਾਹਿਬ ਨੇ ਤਾਂ ਪੂਰੀ ਭਰੀ ਕਚਹਿਰੀ 'ਚ ਲੋਕਾਂ ਦੀ 'ਚ ਇਹ ਗੱਲ ਕਹਿਤੀ ਵੀ ਜੇ 1 ਰੁਪਈਆ ਵੀ ਮੇਰੇ ਵੱਲ ਆਇਆ ਤਾਂ ਮੈਨੂੰ ਭਾਵੇਂ ਗੋਲੀ ਮਾਰ ਦਿਓ। ਕਦੇ ਕਿਹਾ ਅੱਜ ਤੱਕ ਕਿਸੇ ਨੇ? ਦੂਜੀ ਗੱਲ, ਉਹ ਮਿਹਨਤ ਨਾਲ ਕੰਮ ਕਰ ਰਹੇ, ਉਹਨਾਂ ਨੂੰ ਸਮਾਂ ਤਾਂ ਦੇਣਾ ਹੀ ਚਾਹੀਦਾ। ਤੇ ਲੋਕਾਂ ਦੀ ਰਾਏ ਦੇ ਨਾਲ ਬਣਾਇਆ, ਜਿਹੜੇ ਲੋਕਾਂ ਦੀ ਰਾਏ ਨਾਲ ਹੁੰਦਾ ਉਹ ਲੋਕਾਂ ਦੇ ਹਿੱਤ ਦੇ ਵਿੱਚ ਖਰਾ ਉਤਰੂ। ਲੇਕਿਨ ਸਰਕਾਰ ਦੇ ਖਿਲਾਫ ਜਿਹੜੇ ਵਿਰੋਧੀ ਪਾਰਟੀ ਹੈਗੇ ਲਗਾਤਾਰ ਕਹਿ ਰਹੀ ਕਿ ਸਰਕਾਰ ਚਲਾਈ ਨਹੀਂ ਜਾ ਰਹੀ ਭਗਵੰਤ ਮਾਨ ਸਰਕਾਰ ਤੋਂ, ਕਹਿੰਦੇ ਬੱਸ ਦਾ ਰੋਧ ਕੀ ਹੈਗਾ ਸਰਕਾਰ। ਮੈਨੂੰ ਲੱਗਦਾ ਹਜੇ ਥੋੜੇ ਜਿਹੇ ਅੰਦਰ ਹੋਰ ਕਰਨੇ ਹੋਣਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਰਕਾਰ ਦਾ ਅਹਿਸਾਸ ਹੋ ਜਾਊਗਾ। ਕਿਉਂਕਿ ਜਦੋਂ ਬੰਦੇ ਨੂੰ ਆਪ ਖੁਦ ਲੱਗਦਾ ਵੀ ਮੈਂ ਇਸ ਦੇ ਵਿੱਚ ਅੜ ਸਕਦਾ, ਉਹ ਸਰਕਾਰ ਨੂੰ ਹੁਣ ਇਸ ਤਰੀਕੇ ਦੀ ਇਹ ਗੱਲਾਂ ਕਰਨਗੇ। ਸਰਕਾਰ ਹੋ ਸਕਦਾ ਕਿ ਤੁਹਾਡੇ ਖਿਲਾਫ ਵੀ ਬੋਲਿਆ ਜਾਵੇ, ਕਿਉਂਕਿ ਤੁਹਾਡੇ ਤੇ ਵੀ ਕਿ ਸਾਡੇ ਤਾਂ ਕੋਈ ਕਾਰਵਾਈ ਹੋਈ ਹੈ। ਕੋਈ ਮਰਜ਼ੀ ਜੋ ਮਰਜ਼ੀ ਕਹੇ, ਕੋਈ ਗੱਲ ਨਹੀਂ। ਆਰੋਪ ਜਿਹੜੇ ਲੱਗੇ ਉਹਨਾਂ ਨੂੰ ਕਿਵੇਂ ਦੇ? ਕੋਈ ਰੋਪ ਹੀ ਨਹੀਂ ਹੈਗਾ ਤੇ ਉਹ ਤਾਂ ਸਾਡੀ ਫੈਮਿਲੀ ਬਿਜ਼ਨਸ ਆ। ਮੈਂ ਤਾਂ ਕਦੇ ਕੀਤਾ ਹੀ ਨਹੀਂ, ਕਦੇ ਗਿਆ ਹੀ ਨਹੀਂ ਕਦੇ। ਗੱਜਰ ਮਾਜਰਾ ਸਾਹਿਬ, ਜਿਹੜੀ ਵੋਟ ਪ੍ਰਤੀਸ਼ਤ ਹੈ ਉਹ ਘਟੀ ਹੈ, ਕਿਵੇਂ ਦੇਖਦੇ ਹੋ ਉਸਨੂੰ? ਤੁਸੀਂ ਵੈਸੇ ਵੀ MP ਦੀ ਤਾਂ ਵੈਸੇ ਹੀ ਘੱਟ ਹੁੰਦੀ ਆ। ਨੰਬਰ 2, ਇੱਕਦਮ ਖੇਤਾਂ ਦੇ ਵਿੱਚ
ਬਿਜਲੀ ਜਿਹੜੀ ਝੋਨਾ ਲਗਾਉਣ ਦੀ ਡੇਟ ਆ ਗਈ, ਉਹਦੇ ਨਾਲ ਸਾਰੇ ਕਿਸਾਨ ਮਜ਼ਦੂਰ ਉਧਰ ਲੱਗ ਗਏ। ਤੇ ਵੈਸੇ ਵੀ ਪਿੰਡਾਂ ਦੇ ਵਿੱਚ ਫੇਰ ਵੀ ਉਹਨੇ ਪ੍ਰਚਾਰ ਦੀ ਕਮੀ ਵੀ ਰਹੀ ਆ, ਵੀ ਲੋਕਾਂ ਨੂੰ ਲੱਗਦਾ ਵੀ ਅਸੀਂ ਤਾਂ ਵੋਟਾਂ 'ਚ 2 ਮਹੀਨੇ ਪਹਿਲਾਂ ਪਾ ਕੇ ਵੀ ਹੁਣ ਕਾਹਦੀਆਂ ਆ ਗਈਆਂ ਵੋਟਾਂ। ਬਦਲਾਵ ਤੋਂ ਨਾਰਾਜ਼ ਨੇ ਤੁਹਾਡੇ ਤੋਂ? ਨਹੀਂ ਐਵੇਂ ਉਹਨਾਂ ਨੂੰ ਨਤੀਜਾ ਆ ਜਾਊਗਾ, ਪਤਾ ਲੱਗ ਜੂਗਾ। ਵਿਰੋਧੀਆਂ ਨੂੰ ਬਿਲਕੁਲ ਹੁਣ ਕੋਈ ਰਾਹ ਨਹੀਂ ਲੱਭ ਰਿਹਾ। ਤੇ ਉੱਥੇ ਤੁਸੀਂ ਜਾ ਕੇ ਦੇਖਿਆ ਬੂਥ ਤਾਂ ਇਹਨਾਂ ਦੇ ਲੱਗੇ ਨਹੀਂ ਵਿਰੋਧੀਆਂ ਦੇ, ਇੱਥੇ ਚੰਡੀਗੜ੍ਹ ਗੱਲਾਂ ਮਾਰਦੇ। ਨਤੀਜੇ 'ਚ ਬਹੁਤ ਵੱਡੀ ਪਰਸੈਂਟੇਜ ਇਹਨਾਂ ਨੂੰ ਕਿਤੇ ਵੱਧ ਜਿੱਤਾਂਗੇ ਸੀ ਤੇ ਬਹੁਤ ਸ਼ਾਨਦਾਰ ਜਿੱਤ ਹੋ। ਦੇਖੋ ਵਿਰੋਧੀਆਂ ਕੋਲ ਤਾਂ ਹੋਰ ਕੁਝ ਕਹਿਣ ਨੂੰ ਹੈ ਹੀ ਨਹੀਂਗਾ। ਇਹ ਬਜਟ ਆ ਜਿਹੜਾ ਪੰਜਾਬ ਦੀ ਤਕਦੀਰ ਲਿਖੂਗਾ। ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਕਿਹੋ ਜਿਹਾ ਹੋਊਗਾ ਉਹ ਅੱਜ ਦਾ ਸਾਡਾ ਬਜਟ ਦੱਸੂਗਾ, ਕਿਉਂਕਿ ਕੱਲੀ ਆਮ ਆਦਮੀ ਪਾਰਟੀ ਜਿਹੜੇ ਕੱਲੇ ਬੰਦੇ ਦਾ ਖਿਆਲ ਰੱਖ ਰਹੇ ਆ, ਮਜ਼ਦੂਰ ਤੋਂ ਲੈ ਕੇ ਹਰ ਇੱਕ ਵਰਗ ਦਾ ਜਿਹੜਾ ਉਹ ਖਿਆਲ ਰੱਖਿਆ ਜਾਊਗਾ। ਔਰ ਬਜਟ ਆ ਜਿਹੜਾ ਪੰਜਾਬ ਦਾ ਭਵਿੱਖ ਦਰਜ। ਜਿਵੇਂ ਤੁਸੀਂ ਕਿਹਾ ਕਿ ਵਿਰੋਧੀਆਂ ਨੂੰ ਕਾਨੂੰਨ ਵਿਵਸਥਾ ਠੀਕ ਨਹੀਂ ਲੱਗ ਰਹੀ, ਤਾਂ ਤੁਹਾਨੂੰ ਕੀ ਠੀਕ ਲੱਗ ਰਹੀ ਹੈ? ਵੈਸੇ ਆਪਾਂ ਨਿਊਟਰਲ ਹੋ ਕੇ ਅੱਜ ਘੱਟੋ ਘੱਟ ਸੱਤਾ ਧਿਰ ਦੇ ਵਿਧਾਇਕ ਤੋਂ ਹਟ ਕੇ ਜਿਸ ਤਰ੍ਹਾਂ ਪਹਿਲਾਂ ਸੇਖੋਂ ਬੋਲਦੇ ਰਹੇ ਨੇ, ਤਾਂ ਤੁਸੀਂ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖਦੇ ਹੋ? ਦੇਖੋ ਪਹਿਲਾਂ ਦੇ ਮੁਕਾਬਲੇ ਬਹੁਤ ਬਿਹਤਰ ਹੋਇਆ, ਪਰ ਕਿਉਂਕਿ ਜਿਹੜੇ ਕੰਡੇ ਬੀਜੇ ਆ ਜਦੋਂ ਉਹਨੂੰ ਚੁਗਣ ਤੇ ਟਾਈਮ ਤਾਂ ਲੱਗਦਾ ਹੀ ਆ। ਔਰ ਜਿਹੜੀ ਤੁਸੀਂ ਗੱਲ ਕਰਦੇ ਜਿਨ੍ਹਾਂ ਨੇ ਵਿਗਾੜਿਆ, ਦੋਨੇ ਤਰ੍ਹਾਂ ਜੇ ਤੁਸੀਂ ਵੇਖੋ, ਮੈਂ ਅੱਗੇ ਵੀ ਇਹ ਗੱਲ ਕਹਿੰਦਾ ਰਿਹਾ, ਦੋਨੇ ਜਿਹੜੇ ਗੈਂਗ ਆਪਸ ਵਿੱਚ ਲੜ ਰਹੇ ਆ, ਇੱਕ ਪਾਸੇ ਅਕਾਲੀ ਦਲ ਦਾ ਗੈਂਗ ਆ, ਇੱਕ ਪਾਸੇ ਕਾਂਗਰਸ ਦਾ। ਕਾਲਜਾਂ ਦੇ ਵਿੱਚੋਂ ਉਹਨਾਂ ਨੂੰ ਇਹਨਾਂ ਨੇ ਭਰਤੀ ਕੀਤਾ, ਉਹਨਾਂ ਨੂੰ ਪ੍ਰਮੋਟ ਕੀਤਾ, ਉਹਨੂੰ ਐਪਰੀਸ਼ੀਏਟ ਕੀਤਾ। ਉਹ ਬੰਦੇ ਅੱਜ ਜਿਹੜਾ ਹੈਗੇ ਪੰਜਾਬ ਦੇ ਵਿੱਚ ਗੰਦ ਪਾ ਰਹੇ ਤੇ ਹੌਲੀ ਹੌਲੀ ਚੁੱਕ ਜਾਣਗੇ ਸਾਰੇ। ਇਹ ਤਾਂ ਬੇਅਦਬੀ ਨੂੰ ਲੈ ਕੇ ਤੁਸੀਂ ਲਗਾਤਾਰ ਸਵਾਲ ਚੁੱਕਦੇ ਰਹੇ ਹੋ ਕਿ ਬੇਅਦਬੀ ਦਾ ਇਨਸਾਫ ਹੋਣਾ ਚਾਹੀਦਾ, ਤੁਹਾਡੀ ਸਰਕਾਰ ਇਨਸਾਫ ਦਵਾ ਪਾਏਗੀ? ਬਿਲਕੁਲ ਦਵਾਵਾਂਗੇ ਜੀ, ਬਿਲਕੁਲ ਦਵਾਵਾਂਗੇ। ਇਹ ਸਾਡਾ ਵਾਅਦਾ ਹੈ ਔਰ ਅਸੀਂ ਕਿਸੇ ਨੂੰ ਨਹੀਂ ਦਵਾਉਣਾ। ਅਸੀਂ ਅਕਾਲ ਪੁਰਖ ਵਾਹਿਗੁਰੂ ਨਾਲ ਵਾਅਦਾ ਕਰਕੇ ਆਏ ਆ, ਉਹਨੇ ਸਾਨੂੰ ਤਾਕਤ ਬਖਸ਼ੀ ਆ ਔਰ ਉਹਦਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਜੋ ਸਾਨੂੰ ਮਹਾਰਾਜ ਦਾ ਹੁਕਮ ਹੋਇਆ। ਦਾ ਕੰਮ ਆਲੋਚਨਾ ਕਰਨਾ ਹੈ, ਸਰਕਾਰ ਆਪਣਾ ਕੰਮ ਕਰ ਰਹੀ ਹੈ। ਜਿਹੜੇ ਮਰਜ਼ੀ ਮੁੱਦਾ, ਜਿਹੜੇ ਮਰਜ਼ੀ ਸਵਾਲ ਲੈ ਕੇ ਆ ਜਾਣ, ਸਰਕਾਰ ਤਿਆਰ ਹੈ। ਤੇ ਕਿ ਤੁਸੀਂ ਕਿਸ ਮੁੱਦੇ ਤੇ ਸਰਕਾਰ ਜਿਹੜੇ ਆਪਾਂ ਸਰਕਾਰ ਦਾ ਬਚਾਓ ਕਰੇ? ਕਿਉਂਕਿ ਕੱਲ ਸੰਗਰੂਰ ਇਲੈਕਸ਼ਨ ਨੂੰ ਲੈ ਕੇ ਕਾਫੀ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਵੋਟਿੰਗ ਪਰਸੈਂਟੇਜ ਸਰਕਾਰ ਵੱਲੋਂ ਜਿਹੜੇ ਲੋਕਾਂ ਦੀ ਨਾਰਾਜ਼ਗੀ ਹੈ ਉਹ ਦਿਖਾ ਰਹੀ ਹੈ ਕਿ ਇਸ ਲਈ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ। ਬਿਲਕੁਲ ਗਲਤ ਹੈ। ਦੇਖੋ ਟਾਈਮਿੰਗ ਜਿਹੜੀ ਹੈਗੀ ਸੀ, ਜਿਹੜੀ ਬਾਈ ਇਲੈਕਸ਼ਨ ਸੀ ਕੁਝ ਪੰਜਾਬ ਦੇ ਵਿੱਚ, ਉਹ ਦੇਖੋ ਤੁਸੀਂ, ਕਿਉਂਕਿ ਇੱਕ ਪਾਸੇ ਝੋਨਾ ਲੱਗ ਰਿਹਾ, ਇੱਕ ਜ਼ਿਮੀਦਾਰ ਲੇਬਰ ਸਾਰੇ ਉੱਥੇ ਬਿਜ਼ੀ ਨੇ। ਬਾਕੀ ਜਿਹੜੀ ਪੋਲਿੰਗ ਹੋਈ ਹੈ ਉਹ ਬਹੁਤ ਵਧੀਆ ਹੋਈ ਹੈ। ਰਿਜ਼ਲਟ ਤੁਹਾਨੂੰ ਦੱਸ ਦੂਗਾ ਕਿ ਇਹ ਜਿਹੜੀ ਘੱਟ ਪੋਲਿੰਗ ਹੋਈ ਹੈ ਇਹ ਫੇਵਰ 'ਚ ਗਈ ਹੈ ਕਿ ਡਿਸਫੇਵਰ 'ਚ। ਲਾਅ ਐਂਡ ਆਰਡਰ ਨੂੰ ਲੈ ਕੇ ਵੀ ਕਾਫੀ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ 3 ਮਹੀਨੇ ਦੇ ਵਿੱਚ ਇਸ ਤਰ੍ਹਾਂ ਕਾਫੀ ਹਰਕਤਾਂ ਹੋ ਗਈ ਜਿਹੜੀ ਹੋਣੀ ਨਹੀਂ ਚਾਹੀਦੀ ਸੀ। ਸਰਕਾਰ ਦੇ ਨਲਾਇਕੀ ਦੀ ਵਜ੍ਹਾ ਦੇ ਕਾਰਨ ਕਾਫੀ ਸਾਰਾ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ ਖਰਾਬ ਹੋ ਗਿਆ। ਲਾਅ ਐਂਡ ਆਰਡਰ ਪੂਰੀ ਤਰੀਕੇ ਨਾਲ ਕੰਟਰੋਲ ਹੈ ਜੀ, ਔਰ ਲਾਅ ਐਂਡ ਆਰਡਰ ਖਿਲਵਾੜ ਕਰਨ ਦੀ ਕਿਸੇ ਨੂੰ ਨਾ ਤਾਂ ਇਜਾਜ਼ਤ ਦਿੱਤੀ ਜਾਏਗੀ ਨਾ ਬਖਸ਼ਿਆ ਜਾਏਗਾ। ਆਊਟਪੁੱਟ ਤੁਹਾਡੇ ਸਾਹਮਣੇ ਆ ਰਿਹਾ, ਰਿਜ਼ਲਟ ਤੁਹਾਡੇ ਸਾਹਮਣੇ ਆ ਰਹੇ ਨੇ, ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ, ਐਕਸ਼ਨ ਵੀ ਹੋ ਰਿਹਾ, ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ ਔਰ ਪੂਰੀ ਤਰੀਕੇ ਨਾਲ ਕੰਟਰੋਲ। ਪਰ ਆਪੋਜੀਸ਼ਨ ਤਾਂ ਕਹਿ ਰਹੇ ਕਿ ਸਰਕਾਰ ਪੰਜਾਬ ਪੁਲਿਸ ਨੂੰ ਜਿੱਥੇ ਕੰਮ ਕਰਨਾ ਚਾਹੀਦਾ ਸੀ ਸੰਧੂ ਮੂਸੇਵਾਲਾ ਦੇ ਮਰਡਰ ਕੇਸ ਦੇ ਵਿੱਚ, ਉਹ ਕੰਮ ਦਿੱਲੀ ਪੁਲਿਸ ਕਰ ਰਹੀ ਹੈ। ਦਿੱਲੀ ਪੁਲਿਸ ਗ੍ਰਿਫਤਾਰੀਆਂ ਕਰ ਰਹੀ ਹੈ। ਮੂਸੇਵਾਲਾ ਕਿੱਥੇ ਬੈਠੇ ਸੀ? ਤਿਹਾੜ ਜੇਲ੍ਹ 'ਚ। ਤਿਹਾੜ ਜੇਲ੍ਹ ਕਿੱਥੇ ਹੈ? ਦਿੱਲੀ। ਲਾਰੈਂਸ ਕਿੱਥੇ ਸੀ? ਤਿਹਾੜ ਜੇਲ੍ਹ 'ਚ। ਔਰ ਤਿਹਾੜ ਜੇਲ੍ਹ ਕਿੱਥੇ ਹੈ? ਦਿੱਲੀ 'ਚ। ਜੇ ਕਿਸੇ ਈਵੈਂਟ ਦਾ ਜਾਂ ਕਿਸੇ ਅਕਰੈਂਸ ਦਾ ਕੋਈ ਵੀ ਪਾਰਟ ਕਿਤੇ ਵੀ ਐਗਜ਼ੀਕਿਊਟ ਹੁੰਦਾ ਹੈ ਤਾਂ ਉਸ ਪੁਲਿਸ ਦੀ ਜੁਰਿਸਡਿਕਸ਼ਨ ਬਣ ਜਾਂਦੀ ਹੈ ਉਹਨੂੰ ਇਨਵੈਸਟੀਗੇਟ ਕਰਨ ਦੀ। ਮਤਲਬ ਤੁਹਾਨੂੰ ਲੱਗ ਰਿਹਾ ਕਿ ਦਿੱਲੀ ਪੁਲਿਸ ਦੀ ਜ਼ਿੰਮੇਵਾਰੀ ਸੀਗੀ, ਦਿੱਲੀ ਦੀ ਜ਼ਿੰਮੇਵਾਰੀ ਸੀਗੀ ਇਸ ਤਰ੍ਹਾਂ ਕੰਟਰੋਲ? ਪੰਜਾਬ ਪੁਲਿਸ ਆਪਣਾ ਕੰਮ ਬਖੂਬੀ ਕਰ ਰਹੀ ਹੈ। ਪ੍ਰੋਡਕਸ਼ਨ ਰਨ ਤੇ ਲੈ ਕੇ ਆਏ ਹੈ, ਪੇਸ਼ ਕੀਤਾ ਗਿਆ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੋ ਵੀ ਤੁਹਾਡੇ ਸਾਹਮਣੇ ਆਏਗਾ, ਜਿਹੜੇ ਵੀ ਦੋਸ਼ੀ ਹੋਣਗੇ ਸਜ਼ਾ ਮਿਲੇਗੀ। ਮਾਨ ਸਾਹਿਬ ਇਹਦੇ 'ਚ ਆਪਣਾ ਸਟੈਂਡ ਸਰਕਾਰ ਦਾ ਬਿਲਕੁਲ ਕਲੀਅਰ ਪਹਿਲਾਂ ਹੀ ਕਰ ਚੁੱਕੇ ਨੇ। ਟੀ ਜਿਹੜੀ ਹੋਂਦ ਦੇ ਵਿੱਚ ਆਈ, ਜਿਹਨੇ ਰਾਜ ਪੰਜਾਬ ਦੇ ਵਿੱਚ ਕਰਨਾ, ਉਹਦੇ ਵਾਸਤੇ ਇਹੋ ਜਿਹੀਆਂ ਭਾਵਨਾਵਾਂ ਰੱਖਣਗੇ, ਇਹੋ ਜਿਹੀ ਭਾਸ਼ਾ ਰੱਖਣਗੇ ਤੇ ਸਾਡੇ ਕੋਲੋਂ ਕੁਝ ਚੰਗਾ ਐਕਸਪੈਕਟ ਨਾ ਕਰਨ। ਸਾਡੇ ਕੋਲ ਜਵਾਬ ਵੀ ਹੈਗੇ ਔਰ ਆਉਣ ਵਾਲੇ ਦਿਨਾਂ 'ਚ ਕੰਮ ਦੇ ਹਿਸਾਬ ਨਾਲ ਜਵਾਬ ਦੇਵਾਂਗੇ। ਨਹੀਂ, ਸਰਕਾਰ ਦੇ ਦਾਅਵੇ 3 ਮਹੀਨੇ ਤੱਕ ਹੀ ਫੇਲ ਹੋਣੇ ਆ ਜੇ। ਸੋ ਜਿਹੜਾ 3 ਮਹੀਨੇ ਦਾ ਸਮਾਂ ਹੋਇਆ ਅਜੇ ਤਾਂ ਅਸੀਂ ਬਜਟ ਜਿਹੜਾ ਹੁਣ ਲੈ ਕੇ ਆ ਰਹੇ ਹਾਂ। ਔਰ ਕਿਵੇਂ ਘਟ ਗਈ ਜਿਹੜੀ ਰਿਪੋਰਟ? ਸੀਜ਼ਨ ਪੀਕ ਤੇ ਆ ਬਿਲਕੁਲ ਹੀ। ਤੁਸੀਂ ਦੇਖ ਲਓ ਵੀ ਜਿਹੜੇ ਸਾਡੇ ਚਾਹੇ ਕਿਸਾਨ ਨੇ ਚਾਹੇ ਮਜ਼ਦੂਰ ਭਾਈਚਾਰਾ ਸਾਡਾ ਸਾਰੇ ਖੇਤਾਂ ਦੇ ਵਿੱਚ ਲੱਗੇ ਹੋਏ ਆ। ਸੋ ਔਰ ਕਿਉਂਕਿ ਬਾਰਿਸ਼ ਹੋ ਕੇ ਹਟੀ ਹੈ, ਲਾਈਟ ਬਿਜਲੀ ਜਿਹੜੀ ਫੁੱਲ ਟਾਈਮ ਚੱਲ ਰਹੀ ਹੈ। ਸੋ ਬੜਾ ਮੈਂ ਤਾਂ ਕਿਉਂਕਿ ਇੱਕ ਕਿਸਾਨ ਪਰਿਵਾਰ ਤੋਂ ਸਾਨੂੰ ਉਹਨਾਂ ਚੀਜ਼ਾਂ ਦਾ ਪਤਾ, ਇਸ ਕਰਕੇ ਜਿਹੜੀ ਵੋਟ ਪਰਸੈਂਟੇਜ ਹੈ ਜਿਹੜੀ ਲੱਗਦਾ ਨੁਕਸਾਨ ਹੋਊਗਾ ਕਿਉਂਕਿ ਵਿਰੋਧੀ ਤਾਂ ਬੜੇ ਖੁਸ਼ ਨੇ, ਕਹਿੰਦੇ ਲੱਗਦਾ ਵੀ ਝਟਕਾ ਦੇਣਗੇ ਸੰਗਰੂਰ ਵਾਲੇ ਇਸ ਵਾਰ। ਨਹੀਂ, ਸੰਗਰੂਰ ਵਾਲਿਆਂ ਤੇ ਮਾਣ ਹੈ ਔਰ ਸੰਗਰੂਰ ਵਾਲਾ ਵੱਡਾ ਫਤਵਾ ਦੇ ਕੇ ਜਿਹੜਾ ਦੁਬਾਰਾ ਫਿਰ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਨਰਿੰਦਰ ਜੀ, ਆਪਣਾ ਆਪੋਜੀਸ਼ਨ ਕਹਿ ਰਹੀ ਕਾਫੀ ਸਾਰੇ ਐਸੇ ਦੇ ਮੁੱਦੇ ਜਿਸ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਸੀ, ਲੇਕਿਨ ਸਰਕਾਰ ਨੇ 3 ਮਹੀਨਿਆਂ ਦੇ ਵਿੱਚ ਉਹਨਾਂ ਦੇ ਉੱਤੇ ਸੋਚਿਆ ਵੀ ਨਹੀਂ, ਕੋਈ ਵਿਚਾਰ ਵੀ ਨਹੀਂ ਕੀਤਾ।
ਕਹਿੰਦੇ ਸਭ ਤੋਂ ਵੱਡਾ ਤਾਂ ਬੀਬੀਆਂ ਵਿਰੋਧੀ ਕਿਹੜੇ ਵਿਰੋਧੀਆਂ ਦੀ ਗੱਲ ਕਰਦੇ ਆ ਜੀ? ਅਸੀਂ ਜਿਹੜੇ ਵਿਰੋਧੀ ਹਾਸ਼ੀਏ ਤੇ ਧੱਕਦੇ ਪੰਜਾਬ ਦੇ ਲੋਕਾਂ ਨੇ ਅੱਜ ਜਿਹੜੀ ਜਿਮਨੀ ਚੋਣ ਹੋ ਕੇ ਹਟੀ ਆ, ਅਕਾਲੀ ਦਲ ਦੇ ਬਾਦਲ ਪਰਿਵਾਰ ਦੀ ਪੋਸਟਾਂ ਦੇ ਉੱਤੇ ਫੋਟੋ ਹੈ ਨਹੀਂ, ਜਿਹੜਾ ਬੀਜੇਪੀ ਦੇ ਜਿਹੜੇ ਉਮੀਦਵਾਰ ਇਹਨਾਂ ਨੂੰ ਉਮੀਦਵਾਰ ਲੱਭਦੇ ਨਹੀਂ ਹੈਗੇ, ਕਦੇ ਅਕਾਲੀ ਦਲ ਤੋਂ ਲੜਦੇ ਨੇ, ਕਦੇ ਕਾਂਗਰਸ ਤੋਂ ਲੜਦੇ ਨੇ। ਸੋ ਇਹਨਾਂ ਦਾ ਜਿਹੜੀ ਹੋਂਦ ਆ ਉਹ ਖਤਮ ਹੋਣ ਤੇ ਆਈ ਹੋਈ ਆ। ਇਹ ਬੁਖਲਾਹਟ ਦੇ ਵਿੱਚ ਨੇ। ਪੰਜਾਬ ਦੇ ਲੋਕ ਜਾਣਦੇ ਨੇ ਕਿ ਜਿਹੜੀ ਪੰਜਾਬ ਸਰਕਾਰ ਆ ਇੱਕ ਸਾਫ਼ ਨੀਅਤ ਤੇ ਇਮਾਨਦਾਰੀ ਦੇ ਨਾਲ ਕੰਮ ਕਰਨ ਲੱਗੇ ਹੋਏ ਨੇ। ਉਸ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਕਿੰਤੂ ਪਰੰਤੂ ਨਹੀਂ ਹੈਗਾ। ਇਸੇ ਕਰਕੇ ਪੰਜਾਬ ਦੇ ਲੋਕਾਂ ਨੂੰ ਪੂਰਨ ਯਕੀਨ ਹੈ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੀ ਕਰਪਸ਼ਨ ਨੂੰ ਜਿਹੜਾ ਖਤਮ ਕਰਨ ਦੇ ਵਿੱਚ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਨੇ, ਸੋ ਜ਼ੀਰੋ ਟੋਲਰੈਂਸ ਨੂੰ ਲੈ ਕੇ ਅਸੀਂ ਜਿਹੜਾ ਚੱਲ ਰਹੇ ਹਾਂ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਪੂਰਨ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵਾਅਦੇ ਨੇ, ਲੋਕਾਂ ਨੂੰ ਜੋ ਸਰਕਾਰ ਦੇ ਵਿੱਚ ਜੋ ਟਰਸਟ ਦਿਖਾਉਣਾ ਚਾਹੀਦਾ ਸੀ, ਉਹ ਪਿਛਲੇ ਕੱਲ VOTING 'ਚ ਕਿਉਂ ਨਹੀਂ ਦਿਖਾਇਆ ਲੋਕਾਂ ਨੇ? ਦੇਖੋ ਜਿਹੜਾ ਮੈਂ ਫੇਰ ਕਹਿ ਰਹੀ ਹਾਂ ਕਿ ਇੱਕ ਤਾਂ ਜਿਹੜਾ ਸੀਜ਼ਨ ਦਾ ਟਾਈਮ ਹੈ, ਗਰਮੀ ਦਾ ਟਾਈਮ ਸੀਗਾ, ਜਿਹਦੇ ਕਰਕੇ ਜਿਹੜਾ ਵੋਟ ਪਰਸੈਂਟੇਜ ਜਿਹੜੀ ਘਟੀ ਹੈ। ਇਸ ਤੋਂ ਬਿਨਾਂ ਕੋਈ ਉਹ ਨਹੀਂ ਹੈਗਾ। ਬਾਕੀ ਜਿੱਦਾਂ ਕਹਿੰਦੇ ਨਹੀਂ ਹੁੰਦੇ ਕਿ ਜਿਹੜਾ ਪਿਛਲੀਆਂ ਚੋਣਾਂ ਦੇ ਵਿੱਚ ਸਭ ਦਾ ਹੀ ਜਿਹੜਾ ਜਨੂਨ ਸੀ, ਜੋ ਸੀਗੀ, ਉਹ ਥੋੜਾ ਠੰਡਾ ਪੈ ਗਿਆ ਕਿ ਇੱਕ ਬਦਲਾਵ ਨੂੰ ਲੈ ਕੇ। ਸੋ ਇਸ ਵਾਰ ਜਿਹੜੀ ਵੋਟ ਪਰਸੈਂਟੇਜ ਆ ਉਹ ਕੋਈ ਕਾਰਨ ਨੇ ਜਿਨ੍ਹਾਂ ਦੇ ਕਰਕੇ ਘਟੀ ਆ, ਪਰ ਤੁਸੀਂ 26 ਦੀ ਵੇਟ ਕਰਿਓ। ਔਰ ਮੈਨੂੰ ਮਾਣ ਆ ਕਿ ਸੰਗਰੂਰ ਵਾਲੇ ਵੱਡੇ ਫਤਵੇ ਦੇ ਨਾਲ ਦੁਬਾਰਾ ਦੇਖਿਆ ਜਾਵੇ ਜੀ, ਜਿਵੇਂ ਪ੍ਰਤਾਪ ਬਾਜਵਾ ਨੇ ਵੀ ਇਹ ਗੱਲ ਕਹੀ, ਕਹਿੰਦੇ ਪੂਰੀ ਚੋਣ ਦੇ ਵਿੱਚ ਤੁਸੀਂ ਸਾਰੀਆਂ ਚੀਜ਼ਾਂ ਬਣਾਈਆਂ, ਪਰ ਆਖਰਕਾਰ ਤੁਸੀਂ ਇੱਕ ਗੱਲ ਨਹੀਂ ਕਹੀ ਵੀ 1000 ਰੁਪਏ ਵਾਲਾ ਦੱਸਿਆ ਨਹੀਂ ਵੀ ਇਸ ਬਜਟ 'ਚ ਲਿਆ ਰਹੇ ਆ, ਨਾ ਉਹਦੀ ਕਹਿੰਦੇ ਗੱਲ ਕਰੀ, ਕਿਸੇ ਲੀਡਰ ਨੇ ਮੂੰਹੋਂ ਨਹੀਂ ਬੋਲੀ। ਤੁਸੀਂ ਬੋਲੇ ਬਾਜਵਾ ਸਾਹਿਬ 70 ਸਾਲਾਂ ਦੇ ਵਿੱਚ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਨੇ, ਉਹਨਾਂ ਨੇ ਪੂਰੇ ਕੀਤੇ ਨੇ। 3 ਮਹੀਨਿਆਂ ਦਾ ਸਮਾਂ ਹੋਇਆ। ਇੱਕ ਤਾਂ ਜਿਹਨੂੰ ਬੰਦੇ ਨੂੰ ਪਤਾ ਨਾ ਹੋਵੇ ਉਹ ਤਾਂ ਇਦਾਂ ਦੇ ਸਵਾਲ ਖੜੇ ਕਰੇ। ਬਾਜਵਾ ਸਾਹਿਬ ਉਹਨਾਂ ਨੂੰ ਜਿਹੜੀਆਂ ਸਾਰੀਆਂ ਗੱਲਾਂ ਦਾ ਪਤਾ, ਆਪੋਜੀਸ਼ਨ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਜਿੰਨਾ ਚਿਰ ਅਜੇ ਪੰਜਾਬ ਦਾ ਬਜਟ ਨਹੀਂ ਜਿਹੜਾ ਪੇਸ਼ ਹੋਊਗਾ, ਉਦੋਂ ਪਹਿਲਾਂ ਅਸੀਂ 1000 ਰੁਪਏ ਕਿੱਦਾਂ ਦੇ ਦਾਂਗੇ। ਸੋ ਇਹ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਘਟੀਆਂ ਜਿਹੜੀਆਂ ਹਰਕਤਾਂ ਦੇ ਉਤਰੇ ਹੋਏ ਨੇ, ਇੱਥੋਂ ਪਤਾ ਲੱਗਦਾ ਕਿ ਇਹਨਾਂ ਦੀ ਜਿਹੜੀ ਬੁਖਲਾਹਟ ਆ, ਜਿਹੜੇ ਪੰਜਾਬ ਦੇ ਲੋਕਾਂ ਨੇ ਜਿਹੜਾ ਇਹਨਾਂ ਨੂੰ ਨਕਾਰਿਆ, ਉਸੇ ਦੇ ਜਿਹੜੇ ਨਤੀਜੇ ਨੇ ਜਿਹਦੇ ਕਰਕੇ ਇਦਾਂ ਦੀ ਬਿਆਨਬਾਜ਼ੀ ਜਿਹੜੀ ਦੇ ਰਹੇ ਨੇ। ਦੱਸ ਦੇਈਏ ਕਿ ਬਜਟ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਉੱਥੇ ਮੌਜੂਦ ਸਾਰੇ ਲੋਕਾਂ ਵੱਲੋਂ ਮਰਹੂਮ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਯਾਨੀ ਕਿ ਸਿੱਧੂ ਮੂਸੇਵਾਲਾ ਸਮੇਤ 11 ਮਰਹੂਮ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਦੱਸ ਦਈਏ ਕਿ 13 ਮਿੰਟ ਚੱਲੇ ਸੈਸ਼ਨ ਤੋਂ ਬਾਅਦ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਬਾਅਦ ਦੁਪਹਿਰ 2 ਵਜੇ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਵੇਗੀ। ਦੱਸ ਦਈਏ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 27 ਜੂਨ ਨੂੰ 2022-23 ਦਾ ਬਜਟ ਪੇਸ਼ ਕਰਨਗੇ, ਜੋ ਕਿ 30 ਜੂਨ ਤੱਕ ਚੱਲੇਗਾ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹੈ ਕਿ ਇਸ ਵਾਰ ਪੇਪਰਲੈਸ ਬਜਟ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵੱਲ ਵਿਸ਼ੇਸ਼ ਜ਼ੋਰ ਦਿੱਤੇ ਜਾਣ ਦੀ ਸੰਭਾਵਨਾ ਹੈ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਅਤੇ ਸਿੱਖਿਆ ਕੇਂਦਰ ਖੋਲੇ ਗਏ ਨੇ, ਉਸੇ ਤਰ੍ਹਾਂ ਦੀ ਝਲਕ ਪੰਜਾਬ ਦੇ ਬਜਟ ਵਿੱਚ ਵੀ ਵੇਖੀ ਜਾ ਸਕਦੀ ਹੈ। D5 ਚੈਨਲ ਪੰਜਾਬੀ ਲਈ ਚੰਡੀਗੜ੍ਹ ਤੋਂ ਬਿੰਦੂ ਸਿੰਘ ਦੀ ਰਿਪੋਰਟ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com, ਕਾਨੂੰਨ ਜਾਇਦਾਦ ਦਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।